ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜੋ ਸ਼ਬਦ ਦਾ ਅਸੀਂ ਵਿਚਾਰ ਕਰਨਾ ਹੈ, ਆਓ ਸਭ ਤੋਂ ਪਹਿਲਾਂ ਉਸ ਦੇ ਉਚਾਰਨ ਵੱਲ ਧਿਆਨ ਦਈਏ ਜੀ। ਪੈਰੋ ਬਹਿਲਾ ਪੰਜਵਾਂ, ਊਠਤ ਸੁਖੀਆ ਬੈਠਤ ਸੁਖੀਆ, ਪਉ ਨਹੀਂ ਲਾਗੈ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ स्वामी, सगल कटाका अंतर जामी, रहाओ सोए अचिंता जाग अचिंता, जहाँ कहाँ प्रभ तू वरतंता, कर सुख बसिया बाहर सुख पाया, कहो नानक गुर मंत्र दृढ़ाया। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਸ਼ਬਦ ਦੇ ਅਸੀਂ ਕਈ ਵਾਰ ਇਸ ਨੂੰ ਸੁਣਿਆ ਹੈ ਨਾ, ਤੇ ਕਈਆਂ ਦੇ ਸੁਣ ਕੇ ਅਚਾਨਕ ਤੋਂ ਧਿਆਨ ਵਿੱਚ ਆਇਆ ਹੋਗਾ, ਹਾਂਜੀ ਇਹਦੇ ਤੇ ਅਰਥ ਸਾਨੂੰ ਪਤਾ ਨਹੀਂ ਹੈ ਨਾ, ਇਹਦੇ ਬਾਰੇ ਤੇ ਅਸੀਂ ਸੁਣਿਆ ਹੋਇਆ ਹੈ ਤੇ ਇਹਦੇ ਅਰਥ ਵੀ ਜਿਹੜੇ ਨੇ ਉਹ ਸਿੱਧੇ ਸਿੱਧੇ ਹਨ। ਪਰ ਅੱਜ ਇਸ ਸ਼ਬਦ ਨੂੰ ਲੈਣ ਦਾ ਇੱਕ ਕੋਈ ਬਹੁਤ ਵੱਡਾ ਕਾਰਨ ਹੈ। ਉਹ ਜਦ ਅਸੀਂ ਅਰਥ ਸਮਝਾਂਗੇ ਤੇ ਫਿਰ ਸ਼ਾਇਦ ਕਿਤੇ ਉਹ ਗੱਲ ਪਕੜ ਵਿੱਚ ਆਏ। ਤੇ ਆਓ, ਜਿਵੇਂ ਕਿ ਦੱਸਿਆ ਜਾਂਦਾ ਕਿ ਹਰ ਵਾਰ ਜੋ ਸ਼ਬਦ ਹੈ ਉਹਦਾ ਜਿਹੜਾ ਸੈਂਟਰ ਆਈਡੀਆ ਭਾਵ, ਜਿਹੜਾ ਕੇਂਦਰੀ ਭਾਵ ਹੈ, ਜਿਹੜਾ ਕਹਿ ਸਕਦੇ ਹਾਂ ਕਿ ਜਿਸ ਤੇ ਸਾਰਾ ਸ਼ਬਦ ਆਧਾਰਿਤ ਹੁੰਦਾ ਹੈ, ਉਹ ਹੁੰਦੀ ਹੈ ਰਹਾਉ ਵਾਲਾ ਬੰਦ। ਇਹਦੀਆਂ ਰਹਾਉ ਵਾਲੀਆਂ ਤੁਕਾਂ, ਤੇ ਇਹਦੀਆਂ ਰਹਾਉ ਵਾਲੀ ਤੁਕਾਂ ਕਿਹੜੀਆਂ ਹਨ ਜੀ? ਰਾਖਾ ਏਕ ਹਮਾਰਾ स्वामी, ਸਗਲ ਕਟਾਕਾ ਅੰਤਰ ਜਾਮੀ ਰਹਾਉ। ਤੇ ਹੁਣ ਰਾਖਾ ਕੌਣ ਹੈ ਜੀ? ਰਖਵਾਲਾ ਕੌਣ ਹੈ ਜੀ? ਏਕ ਹਮਾਰਾ स्वामी, ਇੱਕੋ ਇੱਕ ਜੋ ਸਾਡਾ ਰਖਵਾਲਾ ਕੌਣ ਹੈ ਜੀ? ਉਹ ਅਕਾਲ ਪੁਰਖ ਪਰਮਾਤਮਾ। ਕਿੰਨਾ ਸੁੱਖ ਹੈ ਜੀ ਕਹਿਣਾ। ਪਰ ਹੁਣ ਅਸੀਂ ਪ੍ਰੈਕਟੀਕਲ ਦੁਨੀਆ ਵਿੱਚ ਆਈਏ, ਹੈ ਨਾ, ਅਸੀਂ ਆਪਣੇ ਵੱਲ ਝਾਤ ਮਾਰ ਕੇ ਦੇਖੀਏ ਕਿ ਸੱਚ ਵਿੱਚ ਕਿ ਸਾਡੀ ਸੋਚ ਵਿੱਚ ਇਹ ਗੱਲ ਪੈ ਗਈ ਹੈ ਕਿ ਅਸੀਂ ਇਸ ਨੂੰ ਮੰਨ ਲਿਆ ਹੈ ਕਿ ਉਹ ਜੋ ਰਾਖਾ ਜੋ ਸਾਡਾ, ਉਹ ਸਿਰਫ ਤੇ ਸਿਰਫ ਅਕਾਲ ਪੁਰਖ ਹੈ। ਕਿ ਸਾਡਾ ਭਰੋਸਾ ਇੱਕ ਤੇ ਹਾਲੇ ਤੱਕ ਬਣਿਆ ਹੈ ਜਾਂ ਨਹੀਂ ਬਣਿਆ? ਜੇ ਨਹੀਂ ਬਣਿਆ ਤੇ ਫਿਰ ਸਾਡਾ ਕਹਿ ਸਕਦੇ ਹਾਂ ਕਿ ਇਸ ਬਾਰੇ ਸੋਚਣ ਦਾ ਵਿਸ਼ਾ ਹੈ, ਸਾਨੂੰ ਇਸ ਬਾਰੇ ਸੋਚਣਾ ਪਏਗਾ। ਕਿਉਂਕਿ ਕਹਿ ਤੇ ਲਿਆ ਕਿੰਨਾ ਸੁੱਖ ਹੈ, ਰਾਖਾ ਏਕ ਹਮਾਰਾ स्वामी, ਕਿ ਸਾਡਾ ਇੱਕੋ ਇੱਕ ਰਾਖਾ ਹੈ ਜੀ। ਕੌਣ ਹੈ ਜੀ? ਉਹ ਅਕਾਲ ਪੁਰਖ ਵਾਹਿਗੁਰੂ, ਹੈ ਨਾ। ਪਰ ਜਦ ਕਿੱਥੇ ਕੋਈ ਔਖ ਆਉਂਦੀ, ਕੋਈ ਦਿੱਕਤ, ਕੋਈ ਪਰੇਸ਼ਾਨੀ ਆਉਂਦੀ, ਫਿਰ ਪਤਾ ਲੱਗਦਾ ਹੈ ਕਿ ਸਾਡਾ ਜਿਹੜਾ ਵਿਸ਼ਵਾਸ ਹੈ, ਸਾਡਾ ਜਿਹੜਾ ਭਰੋਸਾ ਹੈ, ਉਹ ਕਿੰਨਾ ਕੁ ਕਹਿ ਸਕਦੇ ਹਾਂ ਕਿ ਪੱਕਾ ਹੈ ਨਾ। ਫਿਰ ਸਾਨੂੰ ਕਹਿ ਸਕਦੇ ਹਾਂ ਕਿਸਮ ਦੀ ਜਦ ਅਜਿਹੀ ਘੜੀ ਆਉਂਦੀ ਹੈ, ਅਜਿਹੀ ਪ੍ਰੀਖਿਆ ਆਉਂਦੀ ਹੈ, ਉਸ 'ਚ ਅਕਸਰ ਅਸੀਂ ਬਹੁਤ ਜਲਦੀ ਕਹਿ ਸਕਦੇ ਹਾਂ ਕਿ ਆਪਣਾ ਟੈਟਰੀ ਹੋ ਜਾਂਦੇ ਹਾਂ ਤੇ ਆਰਾਮ ਦੇ ਨਾਲ ਕੋਈ ਵੀ ਸਾਨੂੰ ਕਹਿ ਸਕਦੇ ਹਾਂ ਕਿ ਤੋੜ ਦਿੰਦਾ ਹੈ। ਕੋਈ ਕਹਿੰਦਾ ਜੀ ਇਸ ਜਗ੍ਹਾ ਚਲੇ ਜਾਓ, ਅਸੀਂ ਕਹਿੰਦੇ ਹਾਂ ਹਾਂਜੀ ਚਲੇ ਜਾਂਦੇ ਹਾਂ ਜੀ। ਕੋਈ ਕਹਿੰਦਾ ਉੱਥੇ ਚਲੇ ਜਾਓ ਜੀ, ਕੋਈ ਕਹਿੰਦਾ ਕੋਈ ਅੰਗੂਠੀ ਪਾ ਲਓ, ਕੋਈ ਕਹਿੰਦਾ ਧਾਗਾ ਪਾ ਲਓ। ਅਸੀਂ ਫਟਾਫਟ ਸਭ ਦੀ ਜਿਹੜੀ ਗੱਲ ਹੈ ਉਹ ਮੰਨ ਕੇ ਫਟਾਫਟ ਕਬੂਲ ਕਰਕੇ ਸਭ ਭੁੱਲ ਜਾਂਦੇ ਹਾਂ ਕਿ ਅਸੀਂ ਕਹਿ ਸਕਦੇ ਕਿ ਸਾਡਾ ਮੂਲ ਕੀ, ਸਾਡਾ ਆਧਾਰ ਕੀ ਹੈ। ਅਸੀਂ ਪੜ੍ਹਦੇ ਰਹੇ ਹਾਂ ਰਾਖਾ ਏਕ ਹਮਾਰਾ स्वामी, ਮੇਰਾ ਇੱਕੋ ਇੱਕ ਰਾਖਾ ਉਹ ਅਕਾਲ ਪੁਰਖ ਹੈ, ਉਹ ਪਰਮਾਤਮਾ ਹੈ, ਉਹ ਵਾਹਿਗੁਰੂ ਹੈ ਨਾ। ਪਰ ਜਦ ਕਦੀ ਅਜਿਹੀ ਘੜੀ ਆਈ ਜਦ ਇਹ ਭਰੋਸਾ ਜਿਹੜਾ ਹੈ ਉਹ ਮੈਨੂੰ ਆਪਣਾ ਦ੍ਰਿੜ ਕਰਨਾ ਸੀਗਾ, ਜੋ ਪੜ੍ਹਿਆ ਸੀਗਾ ਉਸ ਨੂੰ ਕਮਾਨ ਦੀ ਕਹਿ ਸਕਦੇ ਹਾਂ, ਜਦ ਗੱਲ ਆਈ ਉਦੋਂ ਮੈਂ ਅਸਫਲ ਹੋ ਗਿਆ, ਭਾਵ ਫੇਲ ਹੋ ਗਿਆ। ਤੇ ਇਸ ਦਾ ਮਤਲਬ ਸਾਨੂੰ ਵਿਚਾਰਨ ਦੀ ਲੋੜ ਹੈ। ਔਰ ਖਾਸ ਕਰ ਹੁਣ ਅੱਜ ਕੱਲ੍ਹ ਜੋ ਦੇਖਿਆ ਜਾ ਰਿਹਾ ਜੋ ਮਾਹੌਲ ਹੈ, ਅਗਰ ਇੱਕ ਆਮ ਭਾਸ਼ਾ ਵਿੱਚ ਗੱਲ ਕਰੀਏ ਤੇ ਅੱਜ ਕੱਲ੍ਹ ਦੀ ਹੁਣ ਜਿਹੜੀ ਕਹਿ ਸਕਦੇ ਹਾਂ ਕਿ ਇੱਕ ਧਰਮ ਨੂੰ ਵੀ ਇੱਕ ਮਾਰਕੀਟ ਵਜੋਂ ਲੈ ਲਿੱਤਾ ਗਿਆ ਹੈ, ਤੇ ਜਿਹਦੇ ਵਿੱਚ ਵੀ ਹੁਣ ਕਈ ਤਰੀਕੇ ਦੇ ਆਪਣਾ ਆਪੋ ਥਾਪੀ ਜਿਹੜੇ ਨੇ ਉਹ ਗੁਰੂ ਜਿਹੜੇ ਹਨ ਬਣ ਰਹੇ ਹਨ, ਹੈ ਨਾ। ਤੇ ਇਸ ਕਰਕੇ ਹੁਣ ਜਿਹੜਾ ਧਿਆਨ ਜਿਹੜਾ ਸਾਡਾ ਇੱਕ ਵੱਲ ਹੋਣਾ, ਉਹ ਹੋਰ ਧੀਰੇ ਧੀਰੇ ਔਖਾ ਹੋਈ ਜਾ ਰਿਹਾ। ਕੋਈ ਕਿਸੇ ਨਾਲ ਜੁੜ ਰਿਹਾ, ਕੋਈ ਕਿਸੇ ਨਾਲ ਜੁੜ ਰਿਹਾ। ਪਰ ਕਹਿਣ ਤੋਂ ਭਾਵ ਹੈ ਕਿ ਸਾਡੀ ਜਿਹੜਾ ਕਹਿ ਸਕਦੇ ਹਾਂ ਕਿ ਜਿਹੜਾ ਮੂਲ ਹੈ, ਜੋ ਆਧਾਰ ਹੈ, ਉਹ ਕੀ ਹੈ। ਸਾਨੂੰ ਉਸ ਪਾਸੇ ਹਮੇਸ਼ਾ ਧਿਆਨ ਰੱਖਣਾ ਕਿ ਰਾਖਾ ਏਕ ਹਮਾਰਾ स्वामी, ਤੇ ਅੱਗੇ ਬੜੇ ਪਿਆਰ ਦੇ ਨਾਲ ਸਮਝਾਇਆ ਕਿ ਸਗਲ ਘਟਾਕਾ ਅੰਤਰ ਜਾਮੀ। ਤੇ ਉਹ ਜਿਹੜਾ ਹੈ ਨਾ ਹਰ ਇੱਕ ਦਿਲ ਦੀ ਜਾਣਨ ਵਾਲਾ ਹੈ, ਹਰ ਇੱਕ ਦਿਲ ਦੀ। ਸਗਲ ਘਟਾਕਾ ਹੈ ਨਾ, ਸਗਲ ਘਟਾਦਾ ਯਾਨੀ ਕਿ ਹਰ ਇੱਕ ਦਿਲ ਦੀ। ਅੰਤਰਜਾਮੀ ਭਾਵ ਅੰਦਰ ਦੀ ਜਾਣਨ ਵਾਲਾ। ਤਾਂ ਜੋ ਸਾਡਾ ਉਹ ਪਰਮਾਤਮਾ ਉਹ ਕੀ ਹੈ ਜੀ? ਅੰਤਰਜਾਮੀ ਹੈ, ਯਾਨੀ ਕਿ ਸਾਨੂੰ ਉਹਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ।
ਜੇ ਸਾਡੇ ਦਿਲ ਵਿੱਚ ਕੋਈ ਵਿਚਾਰ ਆ ਗਿਆ, ਕੋਈ ਵਲਵਲ ਆ ਗਿਆ ਕਿਸੇ ਵੀ ਤਰੀਕੇ ਦੇ ਨਾਲ, ਕੋਈ ਵੀ ਸਾਡੀ ਜਿਹੜੀ ਸਾਂਝ ਹੈ ਨਾ, ਉਸੇ ਵੇਲੇ ਹੀ ਕਹਿ ਲਓ ਕਿ ਉਹ ਜਿਹੜੀ ਗੱਲ ਹੈ ਉਸ ਤੱਕ ਪਹੁੰਚ ਰਹੀ ਹੈ, ਨਾਲ ਦੇ ਨਾਲ ਹੀ ਪਹੁੰਚ ਰਹੀ ਹੈ। ਇੰਨਾ ਕਹਿ ਸਕਦੇ ਹਾਂ ਕਿ ਉਹਦਾ ਜਿਹੜਾ ਕਨੈਕਸ਼ਨ ਹੈ ਉਹ ਤੇਜ਼ੀ ਨਾਲ ਕੰਮ ਕਰਦਾ ਹੈ। ਪਰ ਸਾਡਾ ਵਿਸ਼ਵਾਸ ਜਿਹੜਾ ਹੈ ਉਹ ਹੁਣ ਕਿੰਨਾ ਵੱਡਾ ਹੈ, ਇਹ ਗੱਲ ਜਿਹੜੀ ਹੈ ਉਹ ਬਹੁਤ ਮਾਇਨੇ ਰੱਖਦੀ ਹੈ। ਅਗਰ ਸਾਡਾ ਵਿਸ਼ਵਾਸ ਇਹ ਹੈ ਕਿ ਸੱਚ ਵਿੱਚ ਅਸੀਂ ਜੋ ਪੜ੍ਹ ਰਹੇ ਹਾਂ ਕਿ ਜੋ ਸਾਡਾ ਅਕਾਲ ਪੁਰਖ ਜੋ ਪਰਮਾਤਮਾ ਉਹ ਸਗਲ ਘਟਾ ਕੇ ਅੰਤਰਜਾਮੀ ਹੈ, ਅਸੀਂ ਇਸ ਨੂੰ ਪ੍ਰੈਕਟੀਕਲ ਤੌਰ ਤੇ ਮੰਨ ਰਹੇ ਹਾਂ, ਤੇ ਫਿਰ ਇਹ ਗੱਲ ਵੀ ਕਹਿ ਸਕਦੇ ਹਾਂ ਕਿ ਗਲਤ ਨਹੀਂ ਹੋਏਗੀ ਕਿ ਸਾਨੂੰ ਕਦੇ ਵੀ ਕੁਝ ਮੰਗਣ ਦੀ ਲੋੜ ਹੀ ਨਹੀਂ ਪਏਗੀ, ਕੁਝ ਕਹਿਣ ਦੀ ਲੋੜ ਹੀ ਨਹੀਂ ਪਏਗੀ, ਕਿਉਂਕਿ ਪਰਮਾਤਮਾ ਤੇ ਅਸੀਂ ਪੜ੍ਹ ਰਹੇ ਹਾਂ ਸਗਲ ਘਟਾ ਕੇ ਅੰਤਰਜਾਮੀ, ਉਹ ਸਾਡੀ ਬੰਸ਼ਾ, ਸਾਡੀ ਕਹਿ ਸਕਦੇ ਹਾਂ ਸੋਚ, ਹਰ ਇੱਕ ਚੀਜ਼ ਨੂੰ ਉਹ ਜਾਣਦਾ ਹੈ। ਹੁਣ ਪਹਿਲੀ ਜਿਹੜੀ ਫਿਰ ਆ ਜਾਂਦੇ ਆਪਾਂ ਜਿੱਥੋਂ ਸ਼ੁਰੂਆਤ ਹੋਈ ਸੀ, ਊਠਤ ਸੁਖੀਆ ਬੈਠਤ ਸੁਖੀਆ। ਹੁਣ ਦੇਖੋ, ਜਿਹਨੇ ਇਹ ਗੱਲ ਨੂੰ ਮੰਨ ਲਿੱਤਾ ਕਿ ਮੇਰਾ ਰਾਖਾ ਜਿਹੜਾ ਹੈ ਉਹ ਇੱਕ ਅਕਾਲ ਪੁਰਖ ਹੈ, ਜਿਸਨੇ ਸੋ ਮੰਨ ਲਿੱਤਾ, ਕਮਾ ਲਿੱਤਾ, ਉਹਦੇ ਲਈ ਫਿਰ ਹੁਣ ਕੀ ਹੋ ਰਿਹਾ ਜੀ, ਊਠਤ ਸੁਖੀਆ ਬੈਠਤ ਸੁਖੀਆ। ਇਹਦਾ ਆਪਾਂ ਭਾਵ ਕਰ ਸਕਦੇ ਹਾਂ ਕਿ ਹਰ ਵੇਲੇ ਹੀ, ਹਰ ਪਲ ਹੀ ਉਸ ਨੂੰ ਕੀ ਹੋ ਰਿਹਾ ਜੀ, ਸੁਖ ਮਹਿਸੂਸ ਹੋ ਰਿਹਾ, ਉਹ ਆਨੰਦ ਵਿੱਚ ਜਿਹੜਾ ਹੈ ਉਹ ਜੀ ਰਿਹਾ, ਉਹਨੂੰ ਦੁੱਖ ਨਹੀਂ ਵਿਆਪ ਰਿਹਾ। ਕਿਉਂ? ਅੱਗੇ ਨਾਲ ਦੇ ਨਾਲ ਹੋਰ ਕਲੀਅਰ ਕਰ ਦਿੱਤੀ ਗੱਲ, ਪੋ ਨਹੀਂ ਵਿਆਪੈ ਜਾਂ ਐਸੇ ਬੁਝਿਆ। ਊਠਤ ਸੁਖੀਆ ਬੈਠਤ ਸੁਖੀਆ, ਪੋ ਨਹੀਂ ਲਾਗੈ ਜਾਂ ਐਸੇ ਬੁਝਿਆ। ਕਹਿਣ ਤੋਂ ਭਾਵ ਹੈ ਕਿ ਹੁਣ ਉਹਨੂੰ ਭੋ ਨਹੀਂ ਲੱਗਦਾ, ਭਾਵ ਡਰ ਨਹੀਂ ਲੱਗਦਾ। ਕਿਉਂ ਨਹੀਂ ਡਰ ਲੱਗਦਾ? ਕਿਉਂਕਿ ਉਸਨੇ ਇਸ ਚੀਜ਼ ਨੂੰ ਕਮਾ ਲਿੱਤਾ, ਰਾਖਾ ਇੱਕ ਹਮਾਰਾ ਸਵਾਮੀ, ਮੈਨੂੰ ਪਤਾ ਹੈ ਮੇਰਾ ਰਖਵਾਲਾ ਜਿਹੜਾ ਉਹ ਅਕਾਲ ਪੁਰਖ ਹੈ, ਉਹ ਵਾਹਿਗੁਰੂ ਹੈ, ਤੇ ਉਸ ਤੋਂ ਵੱਡਾ ਤਾਂ ਕੋਈ ਹੈ ਹੀ ਨਹੀਂ। ਤੇ ਡਰ ਕਿਸ ਤੋਂ ਲੱਗਦਾ? ਡਰ ਲੱਗਦਾ ਵੱਡੇ ਤੋਂ, ਹੈ ਨਾ। ਇੱਕ ਤਰਫ ਹੈ ਇੱਕ ਬਚਾਉਣ ਵਾਲਾ, ਇੱਕ ਤਰਫ ਹੈ ਮਾਰਨ ਵਾਲਾ। ਮੰਨ ਲਓ ਦੋ ਸ਼ਖਸੀਅਤਾਂ ਨੇ, ਇੱਕ ਜਿਹੜੀ ਹੈ ਸਭ ਤੋਂ ਵੱਡੀ ਸ਼ਖਸੀਅਤ ਹੈ ਜਿਹੜੀ ਬਚਾਉਣ ਵਾਲੀ, ਉਹ ਕੌਣ ਹੈ ਜੀ, ਉਹ ਅਕਾਲ ਪੁਰਖ ਪਰਮਾਤਮਾ। ਤੇ ਦੂਸਰੀ ਤਰਫ ਕੌਣ ਹੋ ਗਿਆ ਜੀ, ਮਾਰਨ ਵਾਲਾ। ਕੋਈ ਵੀ ਮੰਨ ਲਓ ABC ਕੋਈ ਵੀ ਹੋ ਗਿਆ। ਤੇ ਜਦ ਸਾਨੂੰ ਪਤਾ ਕਿ ਸਾਡਾ ਜਿਹੜਾ ਬਚਾਉਣ ਵਾਲਾ ਸਭ ਤੋਂ ਵੱਡਾ, ਉਸ ਤੋਂ ਵੱਡਾ ਕੋਈ ਹੈ ਹੀ ਨਹੀਂ, ਉਸ ਤੋਂ ਤਾਕਤਵਰ ਕੋਈ ਹੈ ਹੀ ਨਹੀਂ, ਕੋਈ ਧਾਗਾ ਨਹੀਂ, ਕੋਈ ਤਵੀਤ ਨਹੀਂ, ਕੋਈ ਅੰਗੂਠੀ ਨਹੀਂ। ਤੇ ਫਿਰ ਜਿਹੜਾ ਇੱਕ ਵਿਸ਼ਵਾਸ ਜੋ ਕਹਿ ਸਕਦਾ ਨਾ ਕਿ ਭੋ ਨਹੀਂ ਲਾਗੈ, ਜਿਹੜਾ ਮੈਨੂੰ ਹੁਣ ਡਰ ਨਹੀਂ ਲੱਗਦਾ, ਜਾਂ ਐਸੇ ਬੁਝਿਆ, ਜਾਂ ਭਾਵ ਕਿ ਜੇ ਐਸੇ ਬੁਝਿਆ ਜਾਂ ਇਸ ਤਰੀਕੇ ਦੇ ਨਾਲ ਬੁੱਝ ਲਿਆ, ਭਾਵ ਸਮਝ ਲਿਆ। ਕੀ ਸਮਝ ਲਿਆ? ਅੱਗੇ ਜਿਵੇਂ ਆਪਾਂ ਪੜਿਆ, ਰਾਖਾ ਏਕ ਹਮਾਰਾ ਸਵਾਮੀ। ਜੇ ਇਸ ਗੱਲ ਨੂੰ ਸਮਝ ਲਿੱਤਾ, ਆਪਣੇ ਅੰਦਰ ਢਾਲ ਲਿੱਤਾ, ਇੱਕ ਵਿਸ਼ਵਾਸ ਬਣਾ ਲਿੱਤਾ, ਤੇ ਫਿਰ ਉਹ ਸਾਰੇ ਡਰਾਂ ਤੋਂ ਉੱਪਰ ਉੱਠ ਜਾਂਦਾ। ਫਿਰ ਉਹਨੂੰ ਕਿਸੇ ਚੀਜ਼ ਦਾ ਜਿਹੜਾ ਡਰ ਉਹ ਨਹੀਂ ਰਹਿੰਦਾ ਉਹਦੇ ਮਨ ਵਿੱਚ। ਅੱਗੇ ਬੜੀ ਹੋਰ ਪਿਆਰੀਆਂ ਤੁਕਾਂ ਆਈਆਂ, ਸੋਏ ਅਚਿੰਤਾ ਜਾਗ ਅਚਿੰਤਾ। ਹੁਣ ਉਹ ਜੋ ਸੌਂਦਾ ਹੈ ਨਾ, ਹੁਣ ਅਕਸਰ ਇੱਕ ਵੇਖਿਆ ਗਿਆ ਕਿ ਦੁਨਿਆਵੀ ਜੀਵ ਜੇ ਸੌਣ ਲੱਗਦਾ ਹੈ, ਜਿਹਨੂੰ ਕਹਿ ਸਕਦੇ ਆਪਣੇ ਗੁਰੂ ਤੇ ਭਰੋਸਾ ਨਹੀਂ ਹੈ, ਸਿਰਫ ਇੱਕ ਦੁਨਿਆਵੀ ਸੋਚ ਬਸ ਉਹਦੇ ਕਹਿ ਸਕਦੇ ਹਾਂ ਕਿ ਦਿਲੋਂ ਦਿਮਾਗ ਇੱਛਾਈ ਹੋਈ ਹੈ, ਤੇ ਉਹ ਹਮੇਸ਼ਾ ਜਦ ਸੌਣ ਲੱਗਦਾ ਨਾ ਇੱਕ ਚਿੰਤਾ ਵਿੱਚ ਰਹਿੰਦਾ ਹੈ। ਉਹਨੂੰ ਹੁੰਦਾ ਕਿ ਹੁਣ ਮੈਂ ਸਵੇਰੇ ਇਹ ਕੰਮ ਕਰਨਾ, ਹੁਣ ਉਹ ਕੰਮ ਕਰਨਾ, ਹੁਣ ਮੈਂ ਇਹ ਕਿਵੇਂ ਕਰਾਂਗਾ, ਉਹ ਕਿਵੇਂ ਕਰਾਂਗਾ, ਹੈ ਨਾ, ਕਿ ਹਮੇਸ਼ਾ ਕੁਛ ਨਾ ਕੁਛ ਦਿਮਾਗ ਵਿੱਚ ਲਗਾਈ ਰੱਖਦਾ ਹੈ। ਪਰ ਜਿਸਨੇ ਇਹ ਮੰਨ ਲਿਆ, ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾ ਕੇ ਅੰਤਰਜਾਮੀ, ਉਹ ਫਿਰ ਕੀ ਕਰਦਾ ਜੀ, ਸੌਂਦਾ ਵੀ ਅਚਿੰਤ ਹੋ ਕੇ, ਬਿਨਾਂ ਕਿਸੇ ਟੈਨਸ਼ਨ ਦੇ, ਬਿਨਾਂ ਕਿਸੇ ਚਿੰਤਾ ਦੇ। ਜਾਗ ਅਚਿੰਤਾ, ਜਾਗਦਾ ਤੇ ਤਾਂ ਵੀ ਫਿਰ ਬਿਲਕੁਲ ਅਚਿੰਤ ਹੋ ਕੇ, ਬਿਨਾਂ ਕਿਸੇ ਟੈਨਸ਼ਨ ਦੇ, ਬਿਨਾਂ ਕਿਸੇ ਚਿੰਤਾ ਦੇ। ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂ ਵਰਤੰਤਾ। ਜਹਾਂ ਕਹਾਂ ਭਾਵ ਜਿੱਥੇ ਕਿੱਥੇ, ਪ੍ਰਭ ਯਾਨੀ ਕਿ ਉਹ ਰੱਬ, ਤੂੰ ਯਾਨੀ ਕਿ ਫਿਰ ਉਹਨੂੰ ਸੰਬੋਧਿਤ ਕੀਤਾ ਰੱਬ ਨੂੰ, ਵਰਤੰਤਾ ਭਾਵ ਵਰਤ ਰਿਹਾ ਹੈ। ਜਿੱਥੇ ਕਿੱਥੇ ਵੀ ਉਹ ਪਰਮਾਤਮਾ ਵਰਤ ਰਿਹਾ ਹੈ, ਉੱਥੇ ਜਦ ਸਾਨੂੰ ਇਹ ਮਹਿਸੂਸ ਹੋ ਗਿਆ, ਦੇਖੋ ਪਰਮਾਤਮਾ ਤੇ ਹਰ ਜਗ੍ਹਾ ਹੈ, ਅਸੀਂ ਮਹਿਸੂਸ ਨਹੀਂ ਕਰ ਪਾਉਂਦੇ ਨਾ। ਜਿਸ ਦਿਨ ਅਸੀਂ ਇਸ ਨੂੰ ਮਹਿਸੂਸ ਕਰਨ ਲੱਗ ਗਏ ਕਿ ਜਿਹਦੇ ਨਾਲ ਮੈਂ ਮਿਲਣ ਜਾ ਰਿਹਾ, ਜੋ ਕਹਿ ਸਕਦੇ ਹਾਂ ਕਿ ਉਹ ਜ਼ਰੀਆ ਜ਼ਰੂਰ ਬਣ ਸਕਦਾ ਹੈ, ਪਰ ਜਿਹੜਾ ਹੈ, ਜੋ ਪਾਵਰ ਹੈ, ਜੋ ਕਹਿ ਸਕਦੇ ਹਾਂ ਜਿਹੜਾ ਜਿਹਦੇ ਵਿੱਚ ਜੋ ਸਰਬ ਕਲਾ ਸਮਰੱਥ ਹੈ, ਉਹ ਕੌਣ ਜੇ, ਉਹ ਸਾਡਾ ਗੁਰੂ ਹੈ ਨਾ। ਤੇ ਫਿਰ ਇਸ ਕਰਕੇ ਅਸੀਂ ਕੀ ਹੁੰਦੇ ਹਾਂ ਕਿ ਸੋਏ ਅਚਿੰਤਾ, ਸੌਣ ਵੇਲੇ ਵੀ ਅਚਿੰਤ ਹੋ ਗਏ, ਜਾਗਦੇ ਹੋਏ ਅਚਿੰਤ ਹੋ ਗਏ, ਭਾਵ ਹਰ ਵੇਲੇ। ਇਹਦਾ ਵੀ ਜਿਹੜਾ ਭਾਵ ਹੋ ਗਿਆ ਕਿ ਹਰ ਵੇਲੇ ਅਸੀਂ ਹੁਣ ਅਚਿੰਤ ਹੋ ਕੇ ਜਿੰਨੇ ਹਾਂ, ਕਿਉਂਕਿ ਸਾਨੂੰ ਵਿਸ਼ਵਾਸ ਹੋ ਗਿਆ ਕਿ ਹਰ ਜਗ੍ਹਾ ਤੇ ਉਹ ਉਹੀ ਅਕਾਲ ਪੁਰਖ ਹੈ ਜੋ ਮੇਰੀ ਰੱਖਿਆ ਕਰਦਾ। ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਜਿੱਥੇ ਕਿਤੇ ਉਹ ਤੂੰ ਹੀ ਤੇ ਹੈ ਜੋ ਵਰਤ ਰਿਹਾ, ਹਰ ਕਿਸੇ ਵਿੱਚ ਤੂੰ ਹੀ ਵਰਤ ਰਿਹਾ।
ਤੇ ਫਿਰ ਦੁਬਾਰਾ ਚਿੰਤਾ ਮੁਕਤ ਹੋ ਗਿਆ। ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਘਰ ਹੁਣ ਇੱਕ ਤਾਂ ਘਰ ਹੋ ਗਿਆ ਜਿੱਥੇ ਆਪਾਂ ਕਹਿ ਸਕਦੇ ਹਾਂ ਜਿੱਥੇ ਸਾਡਾ ਸਰੀਰ ਰੂਪ ਚ ਅਸੀਂ ਰਹਿੰਦੇ ਆ, ਹੈ ਨਾ। ਇੱਕ ਘਰ ਹੈ ਸਾਡਾ ਹਿਰਦੇ ਰੂਪੀ ਘਰ। ਇਹ ਜਿਹੜਾ ਹੈ ਨਾ, ਇਸ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਨਾ, ਕਿਉਂਕਿ ਅਸਲ ਜਿਹੜਾ ਘਰ ਹੈ ਉਹ ਸਾਡਾ ਇਹ ਹੈ ਕਿ ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਹੁਣ ਇਹ ਦੱਸ ਰਹੇ ਨੇ ਕਿ ਹੁਣ ਨਤੀਜਾ ਹੋਰ ਅੱਗੇ ਕੀ ਆਇਆ। ਜਦ ਮੈਂ ਪੂਰਾ ਵਿਸ਼ਵਾਸ ਕਰ ਲਿੱਤਾ ਕਿ ਮੇਰਾ ਜਿਹੜਾ ਇੱਕੋ ਇੱਕ ਪਰਮਾਤਮਾ ਮੇਰਾ ਕਹਿ ਸਕਦੇ ਹਾਂ ਸਹਾਈ ਹੈ, ਮੇਰਾ ਰਾਖਾ ਹੈ, ਤੇ ਮੈਨੂੰ ਇੱਕ ਹੋਰ ਨਤੀਜਾ ਮਿਲਿਆ ਕਿ ਘਰ ਸੁਖ ਵਸਿਆ। ਹੁਣ ਮੇਰੇ ਜਿਹੜੇ ਘਰ ਹੈ ਨਾ, ਜੋ ਮੇਰਾ ਇੱਕ ਹਿਰਦੇ ਰੂਪੀ ਜਿਹੜਾ ਮੇਰਾ ਘਰ ਹੈ, ਇਹਦੇ 'ਚ ਨਾ ਹਮੇਸ਼ਾ ਹੁਣ ਕੀ ਰਹਿੰਦਾ ਜੀ, ਸੁਖ ਸ਼ਾਂਤੀ ਬਣੀ ਰਹਿੰਦੀ, ਹਮੇਸ਼ਾ ਆਨੰਦ ਜਿਹੜਾ ਉਹ ਬਣਿਆ ਰਹਿੰਦਾ ਹੈ। ਬਾਹਰ ਸੁਖ ਪਾਇਆ, ਫਿਰ ਕਿਉਂਕਿ ਜਦ ਉਹ ਕਹਿੰਦੇ ਨੇ ਕਿ ਜੋ ਜਿਉ ਹੋਏ ਸੋ ਉਗਵੇ, ਮੂੰਹ ਕਾ ਗਿਆ ਵਾਓ। ਜੋ ਅੰਦਰ ਹੈ ਨਾ ਸਾਡੇ, ਉਹੀ ਸਾਡੇ ਕਹਿ ਸਕਦੇ ਹਾਂ ਕਿ ਬਾਹਰ ਦਾ ਮਾਹੌਲ ਬਣਾਉਂਦਾ ਹੈ। ਜੇ ਅੰਦਰੋਂ ਦੀ ਕਹਿ ਸਕਦੇ ਹਾਂ, ਕਈ ਵਾਰ ਅਗਰ ਚਿੰਤਾ ਹੁੰਦੀ ਹੈ, ਕੋਈ ਇਸੇ ਗੱਲ ਦੀ ਕੋਈ ਸਾਡੀ ਘੁੰਮ ਰਹੀ ਹੁੰਦੀ ਦਿਮਾਗ 'ਚ, ਤਾਂ ਕਈ ਵਾਰ ਅਸੀਂ ਪਾਠ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਕਿੱਥੇ ਵੀ ਜਾਂਦੇ ਮਨ ਨਹੀਂ ਲੱਗਦਾ। ਕਈ ਵਾਰ ਕਿਸੇ ਨੂੰ ਕਹਿ ਵੀ ਦਿੰਦੇ ਹਾਂ, ਕਈ ਵਾਰ ਪਾਠ ਜਿਹੜਾ ਗੁਟਕਾ ਸਾਹਿਬ ਫਾੜ ਕੇ ਵੀ ਆਪਾਂ ਨਹੀਂ ਕਰ ਪਾਉਂਦੇ, ਰੱਖ ਦਿੰਦੇ ਯਾਰ ਸਾਡੇ ਯਾਰ ਅੱਜ ਮਨ ਨਹੀਂ ਕਰ ਰਿਹਾ। ਜਾਂ ਕਿੱਥੇ ਵੀ ਜਾਂਦੇ ਹਾਂ ਤੇ ਯਾਰੀ ਦੋਸਤੀਆਂ ਵਿੱਚ ਵੀ ਅਗਰ ਹੋਇਆ ਅਸੀਂ ਹਾਂ, ਤੇ ਅਗਰ ਉਹਨਾਂ ਨਾਲ ਮੇਲ ਮਿਲਾਪ ਵੀ ਹੋ ਰਿਹਾ ਤੇ ਅਸੀਂ ਇੱਕ ਕਹਿ ਸਕਦੇ ਹਾਂ ਕਿ ਉਦਾਸ ਜੇ ਰਵਾਂਗੇ, ਫਿਰ ਉਹ ਪੁੱਛਦੇ ਵੀ ਕੀ ਗੱਲ ਹੈ, ਤੇ ਉਹਨਾਂ ਨੂੰ ਅਸੀਂ ਦੱਸਣ ਜੋਗੇ ਵੀ ਨਹੀਂ ਹੁੰਦੇ, ਹੈ ਨਾ। ਤੇ ਕਹਿਣ ਤੋਂ ਭਾਵ ਇਹ ਹੈ ਕਿ ਜਦ ਚਿੰਤਾ ਹੈ, ਲੇਕਿਨ ਇੱਕ ਤਰਫ ਕੀ ਹੋ ਗਿਆ, ਇੱਕ ਤਰਫ ਜਦ ਪੂਰਾ ਵਿਸ਼ਵਾਸ ਹੈ ਉਹੀ ਵਾਲੀ ਗੱਲ ਤੇ ਕਿ ਮੇਰਾ ਇੱਕੋ ਇੱਕ ਪਰਮਾਤਮਾ ਜਿਹੜਾ ਉਹ ਰਾਖਾ ਹੈ ਮੇਰਾ, ਤੇ ਉਹ ਸਾਰੇ ਮੇਰੀ ਗੱਲਾਂ ਜਿਹੜੀਆਂ ਸਮਝਦਾ ਹੈ, ਜਾਣਦਾ ਹੈ ਨਾ। ਤੇ ਫਿਰ ਇਹ ਜਿਹੜਾ ਵਿਸ਼ਵਾਸ ਹੈ ਉਹ ਸਾਡੇ ਅੰਦਰ ਚਲਾ ਜਾਂਦਾ ਹੈ, ਤੇ ਅੰਦਰ ਫਿਰ ਕੀ ਹੋ ਜਾਂਦਾ ਜੀ, ਘਰ ਸੁਖ ਵਸਿਆ। ਮੇਰੇ ਜਿਹੜੇ ਅੰਦਰ ਹੈ, ਮੇਰੇ ਹਿਰਦੇ ਰੂਪੀ ਘਰ ਵਿੱਚ ਸੁਖ ਵਸ ਜਾਂਦਾ, ਆਨੰਦ ਵਸਦਾ ਹੈ। ਬਾਹਰ ਸੁਖ ਪਾਇਆ, ਫਿਰ ਜਿਹੜਾ ਬਾਹਰ ਦਾ ਮਾਹੌਲ ਹੈ ਉਹ ਵੀ ਖੁਸ਼ਨੁਮਾ ਹੋ ਜਾਂਦਾ। ਹਰ ਜਗ੍ਹਾ ਮੈਨੂੰ ਹੁਣ ਅੱਛਾ ਅੱਛਾ ਹੀ ਮਹਿਸੂਸ ਹੁੰਦਾ, ਅੱਛਾ ਅੱਛਾ ਹੀ ਫੀਲ ਹੁੰਦਾ। ਮੈਂ ਕਿਸੇ ਨਾਲ ਵੀ ਮਿਲ ਰਿਹਾ, ਇੱਕ ਕਹਿ ਸਕਦੇ ਕਿ ਖੇੜਾ ਜਿਹਾ, ਇੱਕ ਖੁਸ਼ੀ ਜਿਹੀ, ਇੱਕ ਆਨੰਦ ਜਿਹਾ ਜਿਹੜਾ ਉਹ ਹਮੇਸ਼ਾ ਇੱਕ ਕਹਿ ਸਕਦੇ ਆ ਬਣੇ ਰਹਿੰਦਾ। ਇੱਕ ਪੋਜ਼ਿਟਿਵ ਵੇਵਸ ਜਿਹੜੀਆਂ ਨੇ ਉਹ ਮੇਰੇ ਚਾਰੋਂ ਤਰਫ ਬਣੀਆਂ ਰਹਿੰਦੀਆਂ ਨੇ ਉਸ ਅਕਾਲ ਪੁਰਖ ਦੀਆਂ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਕਹੋ ਨਾਨਕ, ਜਿਹੜਾ ਜਿਵੇਂ ਕਿ ਅਸੀਂ ਪੜ੍ਹਦੇ ਹਾਂ ਕਿ ਜਦ ਵੀ ਨਾਨਕ ਸ਼ਬਦ ਆਉਂਦਾ ਹੈ ਤੇ ਇਹ ਮੋਹਰ ਵਜੋਂ ਆਉਂਦਾ, ਇਹਦਾ ਕੋਈ ਆਪਣਾ ਅਗਰ ਜਿਵੇਂ ਇਹ ਜੋ ਸ਼ਬਦ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਚਨਾ ਹੈ, ਤੇ ਇਹਦੇ ਵਿੱਚ ਇਹਦਾ ਕੋਈ ਅਲੱਗ ਤੋਂ ਮੀਨਿੰਗ ਨਹੀਂ ਹੁੰਦਾ, ਬਸ ਇੱਕ ਮੋਹਰ ਵਜੋਂ ਵਰਤਿਆ ਜਾਂਦਾ ਹੈ। ਤੇ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਕਿ ਗੁਰੂ ਦਾ ਜਿਹੜਾ ਮੰਤਰ ਹੈ ਉਹ ਮੈਂ ਕੀ ਕੀਤਾ ਜੀ, ਆਪਣੇ ਮਨ ਵਿੱਚ ਹਮੇਸ਼ਾ ਦ੍ਰਿੜਾਇਆ, ਭਾਵ ਹਮੇਸ਼ਾ ਉਹਨੂੰ ਯਾਦ ਕੀਤਾ। ਕਹਿੰਦੇ ਨਾ ਕਿ ਇਹ ਲੈਸਨ ਯਾਦ ਕਰ ਲੈ, ਤੇਰੇ ਪੇਪਰ ਵਿੱਚ ਆਉਣਾ, ਐਗਜ਼ਾਮ ਵਿੱਚ ਆਉਣਾ। ਬੱਚੇ ਨੂੰ ਸਮਝਾਇਆ ਜਾਂਦਾ ਹੈ, ਤੇ ਬੱਚਾ ਕੀ ਕਰਦਾ ਹੈ, ਜਿਸ ਅਗਰ ਉਹਨੂੰ ਪਤਾ ਲੱਗ ਜਾਏ ਜਾਂ ਫਿਰ ਇੱਕ ਹਿੰਟ ਮਿਲ ਜਾਏ ਜੀ ਹਾਂ ਜੀ ਇਹ ਤੇ ਆਉਣਾ ਹੀ ਆਉਣਾ, ਉਹ ਬੱਚਾ ਉਹਨੂੰ ਬਿਲਕੁਲ ਇਹ ਪੱਕਾ ਕਰ ਲੈਂਦਾ ਕਿ ਹਾਂ ਜੀ ਇਹ ਤੇ ਮੈਂ ਭੁੱਲਣਾ ਨਹੀਂ। ਇਹ ਹੁਣ ਜਿਹੜੀ ਜੋ ਸਾਡਾ ਸ਼ਬਦ ਹੈ ਇਹ ਸਾਡੇ ਪੂਰੀ ਜ਼ਿੰਦਗੀ ਕੰਮ ਆਉਣਾ। ਤੇ ਇਹ ਜੋ ਗੁਰ ਮੰਤਰ ਹੈ ਜੋ ਸਾਨੂੰ ਗੁਰੂ ਸਾਹਿਬ ਦੇ ਰਹੇ ਹਨ, ਆਪਣਾ ਮੰਤਰ, ਗੁਰੂ ਦਾ ਮੰਤਰ ਜੋ ਸਾਨੂੰ ਗੁਰੂ ਸਾਹਿਬ ਨੇ ਦਿੱਤਾ, ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੈ ਖੋਏ, ਵਾਹਿਗੁਰੂ ਜਪ ਹੋਮੈ ਖੋਈ। ਤੇ ਸਾਨੂੰ ਇਹ ਦ੍ਰਿੜਾਉਣ ਵਾਸਤੇ ਵਾਹਿਗੁਰੂ ਜੀ ਨੇ ਦਿੱਤਾ, ਬਖਸ਼ਿਆ। ਤੇ ਹੁਣ ਜਦ ਅਸੀਂ ਇਹ ਦ੍ਰਿੜਾਉਂਦੇ ਰਵਾਂਗੇ, ਜਪਦੇ ਰਵਾਂਗੇ, ਇਹਨੂੰ ਯਾਦ ਕਰਦੇ ਰਵਾਂਗੇ, ਗੁਰੂ ਸਾਹਿਬ ਦੇ ਬਚਨਾਂ ਨੂੰ ਯਾਦ ਕਰਦੇ ਰਵਾਂਗੇ, ਉਹਨਾਂ ਦੀ ਕਿਰਪਾ ਹੋਈ ਤੇ ਅਸੀਂ ਅਗਰ ਉਸ ਨੂੰ ਕਮਾਉਣ ਜੋਗੇ ਹੋਈਏ, ਤੇ ਫਿਰ ਕੀ ਹੋਏਗਾ ਜੀ, ਸਾਡੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਏਗਾ। ਹਮੇਸ਼ਾ ਆਪਾਂ ਸੁੱਖ ਵਿੱਚ ਜਿਹੜਾ ਹੈ ਜ਼ਿੰਦਗੀ ਮਹਿਸੂਸ ਕਰਾਂਗੇ, ਹਮੇਸ਼ਾ ਆਨੰਦ ਹੀ ਬਣਿਆ ਰਹੇਗਾ ਜੇ ਅਸੀਂ ਇਸ ਤੇ ਨਿਸ਼ਚਾ ਕਰ ਲਈਏ। ਤੇ ਉਮੀਦ ਹੈ ਗੱਲ ਪਕੜ ਵਿੱਚ ਆਈ ਹੋਏਗੀ। ਭੁੱਲਾ ਚੁੱਕਾ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।